विघ्नन के नाशक हर गोबिंद शुभ सुमत प्रकाशक श्री हर राय नमोकार जोरी नमोकार जोरी गुरु हर कृष्ण मनाए बहोरी तिग बहादुर परम कृपाला जी परम कृपाला श्री गुरु गोबिंद सिंह विसहाला तरु तरा पर पुन पुन सीसा जिहि पुन पुन सीसा बंदो बहर बार जगदीश जिसमें अमृत ज्ञान है मानक भगत विराग गुरु ग्रंथ साहिब उदद बंदो कर अनुराग एक ओंकार सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दवे है जाओ ले आवन के हेता दवे टेग बैठो होए सुचेता सिर गुर तेन सुख देवन कारण इस वेद कीने बचन उचारन वाहिगुरु जी का खालसा वाहिगुरु जी की फतेह। गुरु गरीब निवाज बानी के बहुत कलयुग जहाज शब्द गुरु धन गुरु ग्रंथ साहिब जीओ महाराज जी की पावन पवित्र मुबारक हजूरी अंदर सुभाईमान हो रहे गुरु रूप गुरु खालसा संगत जीओ वडभागे हो सहबां दी पावन पवित्र गोद आप जी ਨੂੰ प्राप्त हो रही है। मेरी पीढ़ी ਦੇ ਮਾਲਕ ਤਖਤਾਂ ਦੇ ਸਿਰਜਣਹਾਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੂਹ ਪ੍ਰਾਪਤ ਇਨ੍ਹਾਂ ਪਾਵਨ ਪਵਿੱਤਰ ਅਸਥਾਨਾਂ ਤੋਂ ਰੋਜ਼ਾਨਾ ਹੀ ਆਪ ਜੋ ਇਸ ਪਾਵਨ ਪਵਿੱਤਰ ਗੁਰ ਘਰ ਦੀ ਮਰਿਆਦਾ ਚੱਲ ਰਹੀ ਹੈ ਸੰਧਿਆ ਕੇ ਸਮੇਂ ਗੁਰ ਇਤਿਹਾਸ ਦੀ ਕਥਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ ਰਾਹੀਂ ਆਪ ਜੀ ਸਰਵਨ ਕਰਦੇ ਆ ਰਹੇ ਹੋ। ਮੇਰੇ ਮਾਲਕ ਠੱਗਾਂ ਦੇ ਨਗਰ ਦੇ ਵਿੱਚ ਜਿਹੜੇ ਨੇ ਜਾਣ ਕਰਦੇ ਨੇ ਇਹ ਨਗਰ ਸਾਰਾ ਹੀ ਠੱਗਾਂ ਦਾ ਹੈ। ਆਏ ਗਏ ਨੂੰ ਰਾਤ ਕੁਝ ਖਾਣੇ ਦੇ ਵਿੱਚ ਪਾ ਕੇ ਨੀਂਦ 'ਚ ਸਵਾ ਦਿੰਦੇ ਨੇ ਤੇ ਬਾਅਦ ਚੋਂ ਲੁੱਟ ਕੇ ਉਹਨਾਂ ਦਾ ਕਤਲ ਕਰ ਦਿੰਦੇ ਨੇ। ਮੇਰੇ ਪਾਤਸ਼ਾਹ ਵੀ ਗਏ ਭਾਈ ਬਾਲੇ ਨੂੰ ਜਿਹੜਾ ਹੈ 16 ਸਾਲ ਦਾ ਸਰੂਪ ਜਿਹੜਾ ਹੈ ਉਹ ਦੇ ਦਿੱਤਾ ਹੈ। ਭਾਈ ਮਰਦਾਨਾ ਜੀ ਜਿਹੜੇ ਨੇ ਉਹ ਲਾਗੀ ਬਣ ਕੇ ਜਿਹੜੇ ਨੇ ਨਾਲ ਤੁਰੇ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਵੇਸ਼ਭੂਸ਼ਾ ਜਿਹੜੀ ਹੈ ਉਹ ਸਾਰੇ ਦੇ ਸਾਰੇ ਕੱਪੜੇ ਜਿਹੜੇ ਨੇ ਚਿੱਟੇ ਰੰਗ ਦੇ ਪਹਿਨੇ ਹੋਏ ਨੇ। ਬੜੇ ਅਮੀਰ ਲੱਗ ਰਹੇ ਨੇ। ਨਗਰ ਦੇ ਇੱਕ ਸ਼ਾਹੂਕਾਰ ਦੇ ਘਰ ਦੇ ਵਿੱਚ ਜੋ ਠੱਗ ਹੈ ਉੱਥੇ ਰੁਕਣਾ ਕੀਤਾ ਹੈ। ਬੜੀ ਆਓ ਭਗਤ ਹੋਈ। ਉਹਦੇ ਸੰਗੀ ਸਾਥੀ ਵੀ ਆਏ। ਰਾਤ ਭੋਜਨ ਛਕਿਆ ਹੈ। ਸੰਗੀ ਸਾਥੀ ਚਲੇ ਗਏ। ਇਹ ਵੀ ਸੌਂ ਗਏ, ਪਾਤਸ਼ਾਹ ਵੀ ਸੌਂ ਗਏ। ਪਰ ਇਹੋ ਜਿਹੀ ਨੀਂਦ ਸੁੱਤੇ ਇਹਨਾਂ ਨੂੰ ਜਾਗ ਨਾ ਆਈ ਠੱਗਾਂ ਨੂੰ। ਦੂਜੇ ਪਾਸੇ
ਧੰਨ ਗੁਰੂ ਨਾਨਕ ਦੇਵ ਜੀ ਇਸ ਘਰ ਦੇ ਵਿੱਚੋਂ ਬਾਹਰ ਚਲੇ ਗਏ ਨੇ। ਦੂਸਰੇ ਸੱਜਣ ਆ ਕੇ ਪੁੱਛਦੇ ਨੇ, ਸਾਡਾ ਧਨ ਦੇ ਜਿਹੜਾ ਤੂੰ ਰਾਤੀ ਲੁੱਟਿਆ ਸੀ। ਆਪਸ ਦੇ ਵਿੱਚ ਝਗੜਾ ਸ਼ੁਰੂ ਹੋਇਆ, ਫਿਰ ਰੱਬ ਦੀਆਂ ਕਸਮਾਂ ਖਾਧੀਆਂ, ਫਿਰ ਕਿਤੇ ਜਾ ਕੇ ਨਬੇੜਾ ਹੋਇਆ। ਹੁਣ ਇਹ ਚਾਰ ਠੱਗ ਜਿਹੜੇ ਜਵਾਨ ਹਨ, ਜਵਾਨੀ ਦੀ ਉਮਰ ਹੈ ਜਿਨ੍ਹਾਂ ਦੀ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਲੱਭਣ ਤੁਰੇ। 5 ਕੋਹ ਦੀ ਦੂਰੀ 'ਤੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਘੇਰਦੇ ਨੇ। ਉੱਥੇ ਕਹਿੰਦੇ ਨੇ, ਜੋ ਤੂੰ ਲੁੱਟਿਆ ਹੈ ਆਪਣਾ ਵੀ ਸਾਨੂੰ ਦੇ ਦੇ, ਜੋ ਸਾਡਾ ਲੁੱਟਿਆ ਹੈ ਉਹ ਵੀ ਸਾਨੂੰ ਦੇ ਦੇ। ਪਾਤਸ਼ਾਹ ਕਹਿੰਦੇ ਨੇ, ਠੀਕ ਹੈ। ਤੁਸੀਂ ਇਹ ਵੀ ਕਹਿੰਦੇ ਨੇ ਨਾਲ ਕਿ ਆਪਾਂ ਤੁਹਾਨੂੰ ਮਾਰ ਦੇਣਾ ਹੈ, ਕਿਉਂਕਿ ਜੇ ਬਾਹਰ ਗੱਲ ਪਤਾ ਲੱਗੀ ਫਿਰ ਔਖਾ ਹੈ। ਪਾਤਸ਼ਾਹ ਕਹਿੰਦੇ, ਸਾਨੂੰ ਤੁਸੀਂ ਮਾਰ ਦਿਓ, ਪਰ ਸਾਡੇ ਸਰੀਰਾਂ ਦਾ ਜਿਹੜਾ ਹੈ ਉਹ ਸੰਸਕਾਰ ਜਿਹੜਾ ਹੈ ਜ਼ਰੂਰ ਕਰਨਾ। ਇਹ ਕਹਿੰਦੇ ਇੱਥੇ ਕਿਤੇ ਅੱਗ ਹੈ ਨਹੀਂ ਹੈ। ਮੇਰੇ ਪਾਤਸ਼ਾਹ ਇਸ਼ਾਰਾ ਕਰਦੇ ਨੇ ਕਿ ਉਹ ਦੂਰ ਜਿਹੜਾ ਹੈ ਧੂੰਆਂ ਨਿਕਲ ਰਿਹਾ ਹੈ, ਉੱਥੋਂ ਤੁਹਾਨੂੰ ਅੱਗ ਮਿਲ ਜਾਵੇਗੀ। ਆਪ ਹੀ ਸਿੱਖਿਆ ਦਿੰਦੇ ਨੇ। 2 ਸਿਪੇ ਸਲਾਰ ਆਪਣੀ ਰਾਖੀ ਲਈ ਬਿਠਾ ਦਿੰਦੇ ਨੇ। ਦੋਵਾਂ ਨੂੰ ਜਿਹੜੇ ਨੇ ਉਹ ਅੱਗ ਲੈਣ ਵਾਸਤੇ ਭੇਜ ਦਿੰਦੇ ਨੇ। ਅੱਗੇ ਕਿਸ ਤਰ੍ਹਾਂ ਪ੍ਰਸੰਗ ਚੱਲ ਰਿਹਾ ਹੈ, ਕੀ ਵਾਪਰਦੀ ਹੈ ਇਹਨਾਂ ਠੱਗਾਂ ਦੇ ਨਾਲ, ਮੇਰੇ ਮਾਲਕ ਇਹਨਾਂ ਦੀ ਕਿਸ ਤਰ੍ਹਾਂ ਕਲਿਆਣਤਾ ਕਰ ਰਹੇ ਨੇ। ਆਓ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜਿਹੜਾ ਹੈ ਉਹ ਜੁੜਨ ਦਾ ਯਤਨ ਕਰੀਏ। ਵਿਚਾਰਨ ਦੀ ਪਾਰੰਤਾ ਤੋਂ ਪਹਿਲਾਂ ਅੱਖ ਨੂੰ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ, ਸਤਨਾਮ ਸ੍ਰੀ ਵਾਹਿਗੁਰੂ। ਦਬ ਜਾਹੋ ਲਿਆਵਨ ਕੇ ਹੇਤਾ। ਪਾਤਸ਼ਾਹ ਕਹਿਣ ਲੱਗੇ, 2 ਜਾਣੇ ਜਾਓ ਅੱਗ ਲੈਣ ਵਾਸਤੇ ਜੀ। ਦਵੇ ਟਿਕ ਬੈਠੋ ਹੋਏ ਸੁਚੇਤਾ। ਤੇ 2 ਜਾਣੇ ਸਾਡੇ ਲਾਗੇ ਬੈਠੇ ਰਹੋ ਸੁਚੇਤ ਹੋ ਕਰਕੇ ਸਾਡੀ ਰਾਖੀ ਵਾਸਤੇ। ਸ੍ਰੀ ਗੁਰ ਤਿਨ ਸੁਖ ਦੇਵਨ ਕਾਰਨ। ਇਹ ਸਾਰੀ ਖੇਡ, ਇਹ ਸਾਰਾ ਪ੍ਰਪੰਚ ਗੁਰੂ ਕੀ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਠੱਗਾਂ ਨੂੰ ਜਿਹੜਾ ਹੈ ਸੁਖ ਦੇਣ ਵਾਸਤੇ ਰਚੀ ਹੈ। ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਸੁਖ ਦੇਣ ਵਾਸਤੇ ਮੇਰੇ ਮਾਲਕ ਨੇ ਇਹ ਖੇਡ ਜਿਹੜੀ ਸਾਰੀ ਰਚਨੀ ਕੀਤੀ ਹੈ ਜੀ। ਇਸ ਬੇਦ ਕੀਨੇ ਬਚਨ ਉਚਾਰਨ। ਤੇ ਉਦੋਂ ਫਿਰ ਇਸ ਤਰ੍ਹਾਂ ਬਚਨ ਕਰਨੇ ਕੀਤੇ ਹਨ ਜੀ। ਕਹਿਓ ਮਾਨ ਸੋਈ ਬੇਦ ਕੀ ਨੰਗ। ਇਹਨਾਂ ਚੋਰਾਂ ਨੇ, ਇਹਨਾਂ ਠੱਗਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਦੇ ਉੱਤੇ ਫੁੱਲ ਚੜਾਏ। ਭਾਵ ਉਹਨਾਂ ਦੇ ਕਹੇ ਬਚਨ, ਜਿਹੜੇ ਬਚਨ ਹਨ ਉਹਨਾਂ ਨੂੰ ਮੰਨ ਲਿਆ ਹੈ ਤੇ ਉਹੀ ਕਰਨ ਲੱਗੇ ਹਨ ਜੋ ਪਾਤਸ਼ਾਹ ਜੀ ਨੇ ਕਿਹਾ ਹੈ ਜੀ। ਦਵੇ ਗਮਣੇ ਜੇ ਅਗਨੀ ਚੀ ਨੰਗ। ਜਿੱਥੇ ਅਗਨੀ ਦੀਆਂ ਜਿਹੜੀਆਂ ਲਾਟਾਂ ਨਿਕਲ ਰਹੀਆਂ ਸਨ, ਧੂੰਆਂ ਉੱਠ ਰਿਹਾ ਸੀ, 2 ਜਾਣੇ ਉਧਰ ਨੂੰ ਤੁਰ ਪਏ ਹਨ ਜੀ। ਦਵੇ ਬੈਠੇ ਹਥਿਆਰ ਉਕਾਰੇ। ਤੇ 2 ਜਾਣੇ ਜਿਹੜੇ ਨੇ ਭਾਈ ਬਾਬਲਾ ਜੀ, ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਰਾਖੀ ਵਾਸਤੇ ਕਿਤੇ ਭੱਜ ਨਾ ਜਾਣ, ਹਥਿਆਰ ਲੈ ਕੇ ਖਲੋ ਗਏ ਹਨ ਜੀ। ਹਵੇ ਸੁਚੇਤ ਟੇਕ ਮਾਰ ਨਹਾਰੇ। ਤੇ ਜੇ ਕਿਤੇ ਭੱਜਣ ਦਾ ਯਤਨ ਕਰਨਗੇ ਤੇ ਇਹਨਾਂ ਨੂੰ ਮਾਰ ਮੁਕਾਵਾਂਗੇ। ਇਸ ਤਰ੍ਹਾਂ ਸੁਚੇਤ ਹੋ ਕੇ ਜਿਹੜੇ ਉੱਥੇ ਖਲੋਤੇ ਹੋਏ ਹਨ ਜੀ। ਮਗ ਮੇ ਜਾਤ ਚਲੇ ਸੋਦੋ। ਦੂਜੇ ਪਾਸੇ ਜਿਹੜੇ ਅੱਗ ਲੈਣ ਵਾਸਤੇ ਗਏ ਸਨ ਉਹ ਰਸਤੇ ਵਿੱਚ ਤੁਰੇ ਜਾਂਦੇ ਪਏ ਹਨ ਜੀ। ਦੇਖੇ ਨਰਕ ਮਾਰਤ ਕੋ। ਕੀ ਦੇਖਿਆ, ਇੱਕ ਮਨੁੱਖ ਨੂੰ ਜਿਹੜੀ ਹੈ ਬੜੀ ਮਾਰ ਪੈ ਰਹੀ ਹੈ, ਉਹਨੂੰ ਬੜਾ ਜਿਹੜੇ ਜੰਮ ਜਿਹੜੇ ਨੇ ਉਹ ਕੁੱਟ ਰਹੇ ਹਨ ਜੀ। ਬਾਦਿਓ ਲੀਨੇ ਜਾਤ ਅਗਾਰੀ। ਤੇ ਮਾਰ ਮਾਰ ਕੇ ਉਹਦੇ ਦੋਨੋਂ ਹੱਥ ਜਿਹੜੀਆਂ ਮੁਸ਼ਕਾਂ ਬੰਨੀਆਂ ਹੋਈਆਂ ਨੇ ਤੇ ਅੱਗੇ ਉਹਨੂੰ ਲਾਇਆ ਹੋਇਆ ਹੈ, ਕੁੱਟੀ ਜਾ ਰਹੇ ਹਨ ਜੀ। ਮਾਰ ਮਾਰ ਪੀਰਾਂ ਦੇ ਭਾਰੀ। ਬੜਾ ਕੁੱਟਦੇ ਹਨ, ਜਿਹਦੇ ਕਰਕੇ ਉਸ ਮਨੁੱਖ ਨੂੰ ਬੜੀ ਪੀੜਾ ਹੋ ਰਹੀ ਹੈ। ਹੁਣ ਜਿਹਨੂੰ ਕੁੱਟ ਪਵੇਗੀ ਦੁੱਖ ਤੇ ਲੱਗੇਗੇ ਨਾ, ਉਹਨੂੰ ਬੜੀ ਜਿਹੜੀ ਹੈ ਪੀੜ ਹੁੰਦੀ ਪਈ ਹੈ ਜੀ। ਤਿੰਨ ਤੇ ਦੁਰ ਕੇ ਲਾਂਗੇ ਧਾਈ। ਤੇ ਆਂਦੇ ਉਹਨਾਂ ਤੋਂ ਲੁਕ ਕੇ ਨਾ, ਹੁਣ ਜਦੋਂ ਕੁੱਟ ਪੈਂਦੀ ਵੇਖੀ ਉਸ ਮਨੁੱਖ ਨੂੰ ਤੇ ਇਹ ਤੇ ਅੱਗ ਲੈਣ ਗਏ ਸਨ, ਇਸ ਕਰਕੇ
ਉਹਨਾਂ ਤੋਂ ਅੱਖ ਬਚਾ ਕਰਕੇ ਦੇਖੀ ਚਿਖਾ ਬਰੀ ਤੇ ਥਾਈ। ਇਹਨਾਂ ਨੇ ਅੱਗੇ ਲੰਘਣਾ ਕੀਤਾ ਤੇ ਜਿੱਥੇ ਚਿਖਾ ਬਲਦੀ ਪਈ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਕੋਈ ਘਰ ਨਹੀਂ ਹੈ ਜਿੱਥੇ ਕੋਈ ਕਿਸੇ ਦੀ ਰੋਟੀ ਪੱਕਦੀ ਪਈ ਸੀ ਤੇ ਉੱਥੇ ਕੋਈ ਧੂੰਆਂ ਨਿਕਲਦਾ ਸੀ ਅੱਗ ਦਾ। ਇਹ ਸੀ ਮੁਰਦੇ ਨੂੰ ਫੂਕਿਆ ਜਾ ਰਿਹਾ ਸੀ, ਸ਼ਮਸ਼ਾਨ ਭੂਮੀ ਕਹਿ ਲਈਏ। ਉੱਥੇ ਚਿਖਾ ਜਿਹੜੀ ਹੈ ਉਹਦੀਆਂ ਲਾਟਾਂ ਜਿਹੜੀਆਂ ਨੇ ਨਿਕਲਦੀਆਂ ਪਈਆਂ ਨੇ, ਧੂੰਆਂ ਵੀ ਨਿਕਲਦਾ ਸੀ। ਉਹ ਜਿੱਥੇ ਮਨੁੱਖ ਨੂੰ ਮਾਰ ਰਹੇ ਸਨ, ਕੁੱਟ ਰਹੇ ਸਨ, ਉੱਥੋਂ ਅੱਖ ਬੁਝਾ ਕੇ ਇਹ ਉਸ ਅਗਨੀ ਵੱਲ ਹੋਣੇ ਕੀਤੇ ਹਨ ਜੀ। ਅਗਨੀ ਨਿਕਾਸ ਲੀਨ ਨਿਜ ਹਾਥ। ਤੇ ਫਟਾਫਟ ਉੱਥੋਂ ਇੱਕ ਬਲਦਾ ਹੋਇਆ ਚੋ ਜਿਹੜਾ ਹੈ ਅੱਗ ਦਾ, ਉਹ ਜਿਹੜਾ ਚੱਕਣਾ ਕੀਤਾ ਹੈ ਜੀ। ਹਟ ਗਮਣੇ ਜਿਤ ਦਿਸ ਜਗਨਾਥ। ਪਿੱਛੇ ਹਟ ਗਏ ਹੁਣ ਜਿੱਧਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਛੱਡ ਕੇ ਆਏ ਸਨ ਜਗਤ ਦੇ ਨਾਥ ਨੂੰ, ਉਸ ਦਿਸ਼ਾ ਵੱਲ ਨੂੰ ਤੁਰ ਪਏ ਵਾਪਸ ਜੀ। ਗੁਰ ਆਏ ਕਰ ਦੇਖੋ ਦੋ। ਤੇ ਜਦੋਂ ਹੁਣ ਵਾਪਸ ਮੁੜਨਾ ਕੀਤਾ ਇਹਨਾਂ ਨੇ, ਇੱਕ ਅਚੰਭਾ ਹੋਰ ਦੇਖਣਾ ਕੀਤਾ ਹੈ ਜੀ। ਚੜੋ ਜਾਤ ਸੇਵਕਾ ਨਰਸੋ। ਉਹ ਜਿਹੜਾ ਮਨੁੱਖ ਪਹਿਲਾਂ ਕੁੱਟ ਖਾ ਰਿਹਾ ਸੀ ਨਾ, ਜਿਹਨੂੰ ਬੜੀ ਮਾਰ ਪੈ ਰਹੀ ਸੀ ਨਾ ਗੁਰ ਕੀ ਸੰਗਤ ਦੀ, ਉਹ ਇੱਕਦਮ ਕੀ ਦੇਖਦੇ ਨੇ ਹੁਣ ਜਦੋਂ ਵਾਪਸ ਮੁੜੇ। ਜਦੋਂ ਗਏ ਅੱਗ ਲੈਣ ਉਦੋਂ ਉਹਨੂੰ ਕੁੱਟ ਪੈਂਦੀ ਪਈ ਸੀ। ਹੁਣ ਜਦੋਂ ਅੱਗ ਲੈ ਕੇ ਬਲਦਾ ਹੋਇਆ ਚੋ ਹੱਥ 'ਚ ਫੜਿਆ ਹੋਇਆ ਹੈ ਕਿ ਪਾਤਸ਼ਾਹ ਜੀ ਦਾ ਜਿਹੜਾ ਹੈ ਉਹਨੂੰ ਮਾਰ ਕੇ ਉਹਨਾਂ ਦੀ ਦੇਹ ਦਾ ਸੰਸਕਾਰ ਕਰਨਾ ਹੈ। ਇਸ ਕਰਕੇ ਹੁਣ ਜਦੋਂ ਵਾਪਸ ਮੁੜੇ ਤੇ ਉਹੀ ਮਨੁੱਖ ਜਿਹੜਾ ਹੈ ਇੱਕ ਪਾਲਕੀ ਦੇ ਵਿੱਚ ਜਿਹੜਾ ਸੀ ਉਹਨੂੰ ਬਿਠਾ ਕੇ ਬੜੇ ਸਤਿਕਾਰ ਦੇ ਨਾਲ ਉਹੀ ਜੰਮ ਜਿਹੜੇ ਸਨ ਲਈ ਜਾ ਰਹੇ ਸਨ ਜੀ। ਗਾਵਤ ਗਾਇਕ ਰਾਗ ਅਗਾਰੀ। ਤੇ ਉਹਦੀ ਸ਼ੋਭਾ ਦੇ ਵਿੱਚ ਪਾਲਕੀ ਦੇ ਵਿੱਚ ਬੈਠਾ ਹੋਇਆ ਉਹੀ ਮਨੁੱਖ ਜਿਹੜਾ ਪਹਿਲਾਂ ਕੁੱਟ ਖਾਂਦਾ ਸੀ, ਪਰ ਹੁਣ ਅਚਨਚੇਤ ਪਾਲਕੀ 'ਚ ਬਿਠਾ ਲਿਆ। ਤੇ ਅੱਗੇ ਅੱਗੇ ਉਹਦੇ ਜਿਹੜੇ ਗਾਵਨਹਾਰੇ ਨੇ ਜਮਰਾਜਪੁਰੀ ਦੇ, ਉਹ ਬੜੇ ਸ਼ਹਿਨਾਈਆਂ ਵਜਾ ਰਹੇ ਨੇ ਤੇ ਬੜੇ ਸੁਖ ਦੇ ਗੀਤ ਜਿਹੜੇ ਨੇ ਆਲਾਪ ਰਹੇ ਹਨ ਜੀ। ਅਸਬੇ ਲੋਕ ਪਾ ਅਚਰਜ ਭਾਰੀ। ਹੁਣ ਦੋਨਾਂ ਅੱਖਾਂ ਨੇ ਜਦੋਂ ਇਹ ਕੁਝ ਦੇਖਿਆ ਕਿ ਇੱਕਦਮ ਜਿਹੜਾ ਹੈ ਪਹਿਲਾਂ ਕੁੱਟ ਖਾ ਰਿਹਾ ਸੀ, ਵਾਪਸ ਮੁੜੇ ਹਾਂ ਤੇ ਇਹ ਪਾਲਕੀ ਦੇ ਵਿੱਚ ਇਹਦਾ ਸਤਿਕਾਰ ਹੀ ਬੜਾ ਕੀਤਾ ਜਾ ਰਿਹਾ ਹੈ। ਇਸ ਕਰਕੇ ਦੋਨਾਂ ਜਾਣਿਆਂ ਨੇ ਆਪਣੀਆਂ ਅੱਖਾਂ ਦੇ ਨਾਲ ਜਦੋਂ ਇਹ ਕੋਤਕ ਦੇਖਿਆ ਹੈ, ਇਹ ਮਾਲਕ ਦੀ ਜਿਹੜੀ ਖੇਡ ਜਿਹੜੀ ਵੇਖੀ ਹੈ ਤੇ ਬੜੇ ਅਲੋਕਿਤ ਹੋਏ। ਭਾਵ ਇਹ ਜਿਹੜੇ ਵਿਸ਼ਮਾਦ ਦੇ ਵਿੱਚ ਚਲ ਗਏ ਹਨ ਜੀ। ਬਿਨ ਪੂਸੇ ਤੇ ਜਾਏ ਨਾ ਜਾਣਾ। ਪੁੱਛੇ ਬਗੈਰ ਜਾਣਿਆ ਨਹੀਂ ਸੀ ਜਾ ਸਕਦਾ ਕਿ ਇਹ ਖੇਡ ਜਿਹੜੀ ਹੈ ਕੀ ਵਾਪਰੀ ਹੈ ਜੀ। ਪੂਰਬ ਸੰਗਟ ਦੇਤ ਮਹਾਨਾ। ਕਹਿੰਦੇ ਹਨ ਪਹਿਲਾਂ ਇਹਨਾਂ ਨੂੰ ਪੂਰਬ ਕਹਿੰਦੇ ਪਹਿਲੇ ਆਂਦੇ ਪਹਿਲਾਂ ਇਹਨਾਂ ਨੂੰ ਬੜੇ ਜਿਹੜੇ ਸਨ ਉਹ ਮਾਰ ਪੈ ਰਹੀ ਸੀ, ਕੁੱਟ ਪੈ ਰਹੀ ਸੀ, ਇਹਨਾਂ ਨੂੰ ਬੜਾ ਜਿਹੜਾ ਸੀ ਸਤਾਇਆ ਜਾ ਰਿਹਾ ਸੀ। ਅਬ ਆਨੰਦ ਸੋ ਮਾਰਗ ਜਾਏ। ਅਚਨਚੇਤ ਹੁਣ ਜਿਹੜਾ ਹੈ ਆਨੰਦ ਦਾ ਮਾਰਗ ਇਹਨਾਂ ਨੂੰ ਪ੍ਰਦਾਨ ਹੋ ਗਿਆ। ਆਪਸ ਦੇ ਵਿੱਚ ਦੋਵੇਂ ਗੱਲਾਂ ਕਰਦੇ ਨੇ ਚੋਰ ਜਿਹੜੇ ਅੱਗ ਲੈ ਕੇ ਵਾਪਸ ਮੁੜੇ ਨੇ ਕਿ ਆਹ ਚੰਗੀ ਖੇਡ ਹੈ। ਤੇ ਉਸੇ ਬੰਦੇ ਨੂੰ ਪਹਿਲਾਂ ਕੁੱਟਦੇ ਪਏ ਸਨ ਤੇ ਹੁਣ ਉਸੇ ਵੇਲੇ ਇਹਨੂੰ ਜਿਹੜੇ ਨੇ ਆਨੰਦ ਦਾ ਜਿਹੜੇ ਨੇ ਉਹ ਗੀਤ ਗਾ ਕਰਕੇ ਸ਼ਹਿਨਾਈਆਂ ਵਜਾ ਕੇ ਪਾਲਕੀ 'ਚ ਬਿਠਾ ਕੇ ਇਹਦਾ ਸੋਭਾ ਇਹਦਾ ਸਤਿਕਾਰ ਕਰ ਰਹੇ ਹਨ ਜੀ। ਕਰ ਵਿਚਾਰਿਓ ਤੇ ਟਿਕ ਆਏ। ਇਹਦਾ ਆਪਸ 'ਚ ਵਿਚਾਰਾਂ ਕਰਦਿਆਂ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਏ ਹਨ, ਜਿੱਥੇ ਮੇਰੇ ਮਾਲਕ ਨੂੰ ਇਹ ਛੱਡ ਕੇ ਗਏ ਸਨ ਜੀ। ਸਵਈਆ ਕੌਣ ਆਹੇ ਸਿਵਕਾ ਪਰ ਜਾਵਤ। ਹੁਣ ਪਾਤਸ਼ਾਹ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਹਨ, ਇਹ ਕੌਣ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਕੀਤਾ ਹੋਇਆ ਹੈ ਜੀ। ਪੂਰਬ ਸਾਸਨ ਦੇਵਤ ਜਾਹੀ। ਵਾਹਿਗੁਰੂ। ਇਹ ਹਜੇ ਪਾਤਸ਼ਾਹ ਜੀ ਦੇ ਪਾਸ ਨਹੀਂ ਪਹੁੰਚੇ, ਆਪਸ ਦੇ ਵਿੱਚ ਗੱਲਾਂ ਜਿਹੜੇ ਸਨ ਕਰਦੇ ਪਏ ਸਨ। ਲੇਖਾ ਲੱਗਾ ਪੰਕਤੀ ਦਾ, ਇਹ ਜਿਹੜੇ ਉਹਨਾਂ ਨੂੰ ਕੁੱਟਦੇ ਪਏ ਸਨ ਤੇ ਉਹਨਾਂ ਨੂੰ ਫਿਰ ਜਿਹੜੇ ਪਾਲਕੀ ਦੇ ਵਿੱਚ ਲੈ ਕੇ ਜਾ ਰਹੇ ਸਨ ਉਹਨਾਂ ਦੇ ਨਾਲ ਹੁਣ ਗੱਲਬਾਤ ਹੋਈ ਹੈ। ਹਜੇ ਪਾਤਸ਼ਾਹ ਜੀ ਕੋ ਜਾਣਾ ਹੈ। ਉਹਨਾਂ ਨੂੰ ਕਹਿਣ ਲੱਗੇ ਹਨ
ਪਹਿਲਾਂ ਤੁਸੀਂ ਕੁੱਟਦੇ ਪਏ ਸੋ ਤੇ ਹੁਣ ਤੁਸੀਂ ਇਹਨਾਂ ਨੂੰ ਜਿਹੜਾ ਹੈ ਪਾਲਕੀ ਦੇ ਵਿੱਚ ਬਿਠਾਇਆ ਹੈ ਜੀ। ਦੂਤਨ ਬੈਨ ਪਾਨੇ ਪਾਪੀ ਥੋ। ਕਹਿਣ ਲੱਗੇ ਇਹ ਤਾਂ ਬੜੇ ਵੱਡੇ ਸਨ ਪਾਪੀ, ਜਿਹੜੇ ਪਾਪ ਕਮਾਉਂਦੇ ਸਨ ਜੀ। ਦੀਨ ਬੜੋ ਦੁਖ ਲਾਇਕ ਆਹੀ। ਤੇ ਅਸੀਂ ਇਹਨਾਂ ਦੇ ਪਾਪਾਂ ਕਰਕੇ ਬੜਾ ਵੱਡਾ ਜਿਹੜਾ ਸੀ ਦੁੱਖ ਦੇਣ ਵਾਸਤੇ ਇੱਥੇ ਲਿਆਂਦਾ ਸੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੁਣ ਉਹ ਜਮ ਰਾਜ ਜਿਹੜੇ ਨੇ, ਮੌਤ ਦੇ ਫਰਿਸ਼ਤੇ ਕਹਿ ਲਈਏ, ਉਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਗੱਲਬਾਤ ਹੋ ਰਹੀ ਹੈ। ਭਈ ਪਹਿਲਾਂ ਤੁਸੀਂ ਇਹਨਾਂ ਨੂੰ ਕੁੱਟਦੇ ਸੋ, ਹੁਣ ਤੁਸੀਂ ਇਹਨਾਂ ਨੂੰ ਪਾਲਕੀ 'ਚ ਬਿਠਾਇਆ, ਸਤਿਕਾਰ ਦਿੱਤਾ, ਸ਼ਹਿਨਾਈਆਂ ਤੇ ਸੋਹਲੇ ਗਾ ਰਹੇ ਹੋ। ਖੁਸ਼ੀ ਦੇ ਕਾਰਨ ਕੀ ਹੈ? ਉਹ ਕਹਿੰਦੇ ਇਹਨਾਂ ਨੇ ਬੜਾ ਪਾਪ ਕਮਾਇਆ ਸੀ। ਹੁਣ ਜਦੋਂ ਇਹਨਾਂ ਨੇ ਪਾਪ ਕਮਾਇਆ ਸੀ ਤੇ ਪਾਪੀ ਨੂੰ ਫਿਰ ਉਹਦੇ ਪਾਪਾਂ ਦਾ ਜਿਹੜਾ ਭੁਗਤਾਨ ਤੇ ਕਰਨਾ ਹੀ ਪੈਣਾ ਨਾ। ਇਸ ਕਰਕੇ ਇਹਨਾਂ ਨੂੰ ਬੜਾ ਵੱਡਾ ਦੰਡ ਜਿਹੜਾ ਸੀ ਨਾ, ਇਹਦੇ ਕਰਮਾਂ ਦੇ ਕਰਕੇ, ਜਿਹਾ ਬੀਜੈ ਸੋ ਲੂਣੈ, ਕਰਮਾਂ ਸੰਦੜਾ ਖੇਤ, ਉਹ ਬੜਾ ਵੱਡਾ ਇਹਨਾਂ ਨੂੰ ਦੰਡ ਮਿਲਣਾ ਸੀ ਜੀ। ਤੁਮ ਚਿਖਾ ਪੇਖੋ ਗੁਰ ਨਾਨਕ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਂਦੇ ਹੁਣ ਜਦੋਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਜਿਹੜੀ ਹੈ ਇਹ ਬਲਦੀ ਹੋਈ ਚਿਖਾ ਦੇ ਵੱਲ ਪਈ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੂਆਂ ਉੱਠ ਰਿਹਾ ਹੈ, ਇਸ਼ਾਰਾ ਕੀਤਾ ਉਧਰੋਂ ਜਾ ਕੇ ਜਿਹੜਾ ਹੈ ਅੱਗ ਲੈ ਕੇ ਆਓ। ਧੂਮ ਚਿਖਾ ਪਿਖਿਓ ਗੁਰੂ ਨਾਨਕ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਨਾ ਇੱਧਰ ਨੂੰ ਦੇਖਣਾ ਕੀਤਾ ਸੀ ਜੀ। ਹੋਏ ਪਨੀਤ ਗਿਓ ਸਿਨ ਮਾਹੀ। ਤੇ ਛਿੰਨ ਭਰ ਦੇ ਅੰਦਰ ਜਿਹਨੂੰ ਬੜਾ ਵੱਡਾ ਦੰਡ ਮਿਲਣਾ ਸੀ, ਜਿਹਨੂੰ ਚਿਖਾ ਦੇ ਵਿੱਚ ਜਿਹੜਾ ਸੀ ਉਹ ਸਾੜ ਦੇਣਾ ਸੀ, ਚਿਖਾ ਤਿਆਰ ਸੀ। ਕਹਿਣ ਲੱਗੇ ਛਿੰਨ ਭਰ ਦੇ ਅੰਦਰ ਉਹ ਜਿਹੜਾ ਸੀ ਪਾਪਾਂ ਤੋਂ ਮੁਕਤ ਹੋ ਗਿਆ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਦੋ ਦਾ ਮਹੀਨਾ ਸ਼ੁਰੂ ਹੋਇਆ। ਅੰਤਲੀਆਂ ਪੰਕਤੀਆਂ ਇੱਕ ਵਾਰ ਫਿਰ ਧਿਆਨ ਦੇਣਾ। ਜਿਹਾ ਬੀਜੇ ਸੋ ਲੂਣੇ, ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨ ਪਾਈਏ, ਗੁਰ ਰੱਖਣ ਵਾਲਾ ਹੇਤ। ਜਿਹਦਾ ਹਿਤੂ ਜਿਹੜਾ ਹੈ ਗੁਰੂ ਬਣ ਜਾਵੇ, ਗੁਰੂ ਉਹਨੂੰ ਫਿਰ ਜਿਹੜਾ ਹੈ ਨਰਕਾਂ ਦਾ ਵਾਸੀ ਨਹੀਂ ਬਣਾਉਂਦਾ, ਉਹਨੂੰ ਆਪਣੇ ਗਲ ਨਾਲ ਲਾ ਦਿੰਦਾ। ਕਹਿਣ ਲੱਗੇ ਚਿਖਾ ਵੱਲ ਨਜ਼ਰ ਪਈ, ਇਹਨੇ ਮਰ ਜਾਣਾ ਸੀ, ਦੰਡ ਬੜਾ ਵੱਡਾ ਸੀ। ਤੇ ਗੁਰੂ ਨਾਨਕ ਸਾਹਿਬ ਜੀ ਦੇ ਹੁਣ ਜਦੋਂ ਬਸ ਦ੍ਰਿਸ਼ਟੀ ਹੀ ਪਈ ਹੈ ਤੇ ਇਹਨੂੰ ਜਿਹੜਾ ਹੈ ਪਾਪਾਂ ਤੋਂ ਮੁਕਤੀ ਮਿਲ ਗਈ ਹੈ। ਸਾਸਨ ਤੇ ਸੁਟ ਪ੍ਰਾਪਤ ਪਾਸੋਖ। ਇਹ ਦੁੱਖਾਂ ਤੋਂ ਛੁਟਕਾਰਾ ਪਾ ਕੇ ਇਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਈ ਹੈ। ਦੀਨ ਜੇ ਪਾਪ ਰੇ ਹੋਏ ਕਨਾਹੀ। ਜਿਹੜੇ ਥੋੜੇ ਬਹੁਤੇ ਕਿਤੇ ਪਾਪ ਕੀਤੇ ਸਨ, ਉਹ ਵੀ ਗੁਰੂ ਦੀ ਮਿਹਰ ਦੇ ਸਦਕਾ ਜਦੋਂ ਨਜ਼ਰ ਪਈ ਤੇ ਗੁਰੂ ਨੇ ਜਿਹੜੇ ਨੇ ਉਹ ਪਾਪਾਂ ਤੋਂ ਬੰਦ ਖਲਾਸੀ ਕਰਾ ਦਿੱਤੀ ਹੈ ਜੀ। ਨਾਨਕ ਕੌਣ ਬਤਾਏ ਹਮੇ। ਪਿਆਰ ਨਾਲ ਆਖੋ ਗੁਰ ਕੀ ਸੰਗਤ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਜਦੋਂ ਇੰਨੀ ਗੱਲਬਾਤ ਇਹਨਾਂ ਦੇ ਨਾਲ ਇਹਨਾਂ ਚੋਰਾਂ ਦੀ ਹੋਈ ਹੈ ਤੇ ਬੜੇ ਹੈਰਾਨ ਹੋਏ। ਕਹਿਣ ਲੱਗੇ ਕਿਹੜਾ ਗੁਰੂ ਨਾਨਕ, ਤੁਸੀਂ ਕਿਹਦੀ ਗੱਲ ਕਰਦੇ ਹੋ ਵੀ ਇੱਕ ਨਜ਼ਰ ਦੇ ਨਾਲ ਹੀ ਜਿਹੜਾ ਹੈ ਐਡਾ ਵੱਡਾ ਇਹਨਾਂ ਨੇ ਜਿਹੜਾ ਹੈ ਦੰਡ ਭੋਗਣਾ ਸੀ ਤੇ ਉਹਨਾਂ ਤੋਂ ਇਹਦੀ ਬੰਦ ਖਲਾਸੀ ਹੋ ਗਈ। ਤੁਸੀਂ ਕਿਹੜੇ ਗੁਰੂ ਨਾਨਕ ਦੀ ਗੱਲ ਕਰਦੇ ਹੋ ਜੀ? ਸੁਣ ਦੂਤ ਕਹੇ ਤੁਮਰੇ ਟਿਕ ਜੋ। ਉਹ ਦੂਤ ਇਹਨਾਂ ਦੀਆਂ ਗੱਲਾਂ ਸੁਣ ਕੇ ਨਾ ਜਮ ਦੂਤ ਜਿਹੜੇ ਸਨ ਉਹ ਇੱਕ ਤਾਂ ਇਹਨਾਂ ਵੱਲ ਵੇਖ ਕੇ ਹੱਸਦੇ ਵੀ ਹਨ ਤੇ ਇਹਨਾਂ ਦੀ ਮੂਰਖਤਾ ਦੇ ਉੱਤੇ ਵੀ ਉਹਨਾਂ ਨੂੰ ਜਿਹੜਾ ਹੈ ਉਹ ਲੱਜਾ ਆ ਰਹੀ ਹੈ। ਪਰ ਫਿਰ ਵੀ ਉਹ ਬਚਨ ਕਰਨ ਲੱਗੇ। ਕਹਿਣ ਲੱਗੇ ਸੁਣ ਦੂਤ ਕਹੇ ਤੁਮਰੇ ਟਿਕ ਜੋ। ਇੰਨੇ ਬਚਨ ਸੁਣ ਕੇ ਉਹਨਾਂ ਦੂਤਾਂ ਨੇ ਕਿਹਾ ਤੁਹਾਡੇ ਢਿੱਗ ਭਾਵ ਜਿੱਥੇ ਤੁਸੀਂ ਉਸ ਮਹਾਪੁਰਸ਼ ਨੂੰ ਛੱਡ ਕੇ ਆਏ ਸੋ, ਜਿਹਨੂੰ ਤੁਸੀਂ ਮਾਰਨਾ ਚਾਹੁੰਦੇ ਹੋ, ਮੈਂ ਗੱਲ ਉਹਨਾਂ ਦੀ ਕਰਦਾ ਹਾਂ ਜੀ। ਮਾਰਨ ਹੇਤ ਕਸੋਟਨ ਕੇ ਤੁਮ। ਜਿਨ੍ਹਾਂ ਨੂੰ ਤੁਸੀਂ ਮਾਰਨ ਹੇਤ ਉੱਥੇ ਜਿਹੜਾ ਸੀ ਸਜ਼ਾ ਦੇਣ ਵਾਸਤੇ ਛੱਡ ਆਏ ਹੋ ਜੀ। ਜਾ ਕੇ
ਐ ਗੁਰ ਨਾਨਕ ਸੋ। ਗੁਰੂ ਨਾਨਕ ਹੋਰ ਕੋਈ ਨਹੀਂ, ਉਹੀ ਗੁਰੂ ਨਾਨਕ ਹੈ ਠੱਗੋ, ਜਿਨ੍ਹਾਂ ਨੂੰ ਤੁਸੀਂ ਜਿਹੜਾ ਹੈ ਸ਼ਸਤਰਾਂ ਦੇ ਅਧੀਨ ਕਰਕੇ ਬੜੇ ਸੁਚੇਤ ਹੋ ਕੇ ਉਹਨਾਂ ਦੀ ਰਾਖੀ ਲਈ ਬੈਠੇ ਹੋ ਕਿ ਸਾਨੂੰ ਜਿਹੜਾ ਹੈ ਪਰਾਇਆ ਧਨ ਜਿਹੜਾ ਹੈ ਉਹ ਮਿਲ ਜਾਵੇ, ਆਪਾਂ ਫਿਰ ਉਹ ਧਨ ਲੈ ਕੇ ਇਹਨਾਂ ਨੂੰ ਖਤਮ ਕਰ ਦਈਏ। ਜਿਨ੍ਹਾਂ ਨੇ ਤੁਹਾਨੂੰ ਹੁਣ ਪ੍ਰੇਰਨਾ ਕੀਤਾ ਹੈ ਕਿ ਜੇ ਮਾਰਨਾ ਹੈ ਜ਼ਰੂਰ ਮਾਰ ਲਓ ਸਾਨੂੰ, ਪਰ ਸਾਡੇ ਸਰੀਰਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਨਾ ਰੱਖਿਓ, ਸਾਡੇ ਸਰੀਰਾਂ ਦਾ ਜਿਹੜਾ ਹੈ ਦਾਹ ਸੰਸਕਾਰ ਜਿਹੜਾ ਹੈ ਕਰਕੇ ਜਾਇਓ, ਫਿਰ ਭਾਵੇਂ ਇਹ ਧਨ ਲੈ ਜਾਇਓ। ਹੁਣ ਜਦੋਂ ਇੰਨੇ ਬਚਨ ਸੁਣੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਉਹੀ ਨੇ ਜਿਨ੍ਹਾਂ ਨੂੰ ਅਸੀਂ ਉੱਥੇ ਜਿਹੜਾ ਆਪਣੀ ਕੈਦ ਦੇ ਵਿੱਚ ਰੱਖਿਆ ਹੈ ਜੀ। ਜੋ ਸੁਣ ਕੇ ਬਿਸਮਾਦ ਰੀਦੇ। ਇੰਨੇ ਬਚਨ ਸੁਣ ਕੇ ਹੱਕੇ ਬੱਕੇ ਰਹਿ ਗਏ, ਪੈਰਾਂ ਥੱਲੋਂ ਜ਼ਮੀਨ ਖਿਸਕੀ, ਦਿਮਾਗ ਵੀ ਕਿਤੇ ਹੋਰ ਸੁਰਤ ਦੇ ਵਿੱਚ ਚਲਾ ਗਿਆ, ਬੜੇ ਹੈਰਾਨ ਯੁਕਤ ਹੁੰਦੇ ਹਨ ਜੀ। ਹਮ ਕੋ ਤਰਿਕ ਤਾਏ ਚਲੇ ਤਬ ਦੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਮ ਕੋ ਤ੍ਰਿਕ ਕਹਿੰਦੇ ਨਾ, ਸਾਡੇ ਜੀਵਨ ਦੇ ਉੱਤੇ ਕਹਿੰਦੇ ਫਿਟਕਾਰ ਹੈ, ਅਸੀਂ ਇਹੋ ਜਿਹੇ ਮਹਾਂਪੁਰਸ਼ ਨੂੰ ਬੰਦੀ ਬਣਾ ਲਿਆ। ਆਪਾਂ ਹੁਣ ਜਿਹੜਾ ਹੈ ਉਹਦੇ ਵੱਲ ਜਿਹੜਾ ਹੈ ਜਾਣਾ ਚੱਲੀਏ, ਇਸ ਕਰਕੇ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ ਹੋਏ, ਆਪਣੇ ਆਪ ਨੂੰ ਫਿਟਕਾਰਾਂ ਦਿੰਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੱਲ ਤੁਰਨਾ ਕੀਤਾ ਹੈ ਜੀ। ਆਣ ਗਏ ਪਦ ਪੰਕਜ ਪਾਨ ਸੋ। ਤੇ ਆਉਂਦਿਆਂ ਹੀ ਡੰਡੇ ਵੱਤ ਲੰਮੇ ਪੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਆਪਣਾ ਸਿਰ ਸੁੱਟ ਦਿੱਤਾ ਤੇ ਇਸ ਤਰ੍ਹਾਂ ਉਹਨਾਂ ਨੂੰ ਕਹਿਣ ਲੱਗੇ ਹਨ ਜੀ। ਬੈਨ ਪਨੇ ਤੁਮ ਹੋ ਦੁਖ ਖੋ। ਤੇ ਕਹਿੰਦੇ ਨੇ हे ਮਹਾਂਪੁਰਸ਼ੋ, ਅਸੀਂ ਤੁਹਾਨੂੰ ਜਾਣ ਨਾ ਸਕੇ, ਅਸੀਂ ਤੁਹਾਨੂੰ ਸਮਝ ਨਾ ਸਕੇ, ਦੁਖੀ ਤੇ ਦੁੱਖਾਂ ਨੂੰ ਮੁਕਤ ਕਰਨ ਵਾਲੇ ਹੋ ਤੁਸੀਂ, ਤੇ ਦੁੱਖਾਂ ਤੋਂ ਸੁੱਖਾਂ ਦੇ ਵਿੱਚ ਜੀਵ ਨੂੰ ਪਾਉਣ ਵਾਲੇ ਹੋ ਜੀ। ਦੋਹਰਾ ਸਰਬ ਵਰਤਾਤ ਦਿਖਾਏ ਕਿ ਸਰਦਾ ਆਪਣੀ ਦੀਨ। ਜੋ ਵੀ ਇਹਨਾਂ ਦੇ ਨਾਲ ਜਦੋਂ ਅੱਗ ਲੈਣ ਗਏ, ਜੋ ਵੀ ਬਿਰਤਾਂਤ ਵਾਕਿਆ ਉੱਥੇ ਵਰਤਿਆ, ਉਹ ਸਾਰਾ ਕੁਝ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਦੱਸ ਦਿੱਤਾ। ਦੱਸਦਿਆਂ ਸਾਰ ਹੀ ਬੜੇ ਦੀਨ, ਬੜੇ ਆਤੁਰ ਹੁੰਦਿਆਂ ਹੋਇਆਂ, ਗਰੀਬੀ ਭਾਵਨਾ ਅੰਦਰ ਰੱਖਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ ਜੀ। ਕਰਤ ਕੋ ਕਰਮ ਬਹੋਰ ਨੇ ਸਿਰ ਗੁਰ ਪਰਮ ਪਰਬੀਨ। ਕਹਿਣ ਲੱਗੇ ਅਸੀਂ ਕੋ ਕਰਮਾਂ ਦੇ ਵਿੱਚ ਜਿਹੜੇ ਸਾਂ ਫਸੇ ਹੋਏ ਹਾਂ ਮਾਲਕ, ਹੁਣ ਸ੍ਰੀ ਗੁਰੂ ਪਰਮ ਪਰਬੀਨ ਤੁਸੀਂ ਜਿਹੜੇ ਹੋ ਇਹਨਾਂ ਤੋਂ ਬੰਦ ਖਲਾਸੀ ਕਰਨ ਵਾਲੇ ਹੋ, ਤੁਸੀਂ ਪਾਪਾਂ ਤੋਂ ਮੁਕਤ ਕਰਾਉਣ ਵਾਲੇ ਹੋ ਜੀ। ਚੌਪਈ ਸਰਬ ਪੰਥ ਕੀ ਕਥਾ ਸੁਣਾਈ। ਜੋ ਵੀ ਰਾਹ ਦੇ ਵਿੱਚ ਬੀਤਿਆ ਉਹ ਸਾਰੀ ਵਾਰਤਾਲਾਪ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇਹਨਾਂ ਨੇ ਸੁਣਾ ਦਿੱਤੀ ਹੈ ਜੀ। ਚਾਰੋ ਚਰਨ ਰਹੇ ਲਬਟਾਈ। ਤੇ ਹੁਣ ਜਿਹੜੇ ਰਾਖੀ ਵਾਸਤੇ ਦੂਸਰੇ ਵੀ ਖਲੋਤੇ ਸਨ, ਦੋ ਹੋਰ ਠੱਗ, ਉਹਨਾਂ ਨੂੰ ਵੀ ਸਾਰੀ ਕਹਾਣੀ ਦੱਸੀ, ਉਹ ਵੀ ਸਮਝ ਗਏ ਆਪਣੇ ਭਰਾਵਾਂ ਦੀ ਇਸ ਗੱਲਬਾਤ ਦੇ ਰਾਹੀਂ, ਤੇ ਚਾਰੇ ਮਿਲ ਕੇ ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਇਹਨਾਂ ਨੇ ਜੱਫੀ ਪਾ ਲਈ ਹੈ, ਲਪਟ ਗਏ ਹਨ ਚਰਨਾਂ ਦੇ ਨਾਲ ਜੀ। ਨਿੰਦ ਜੀਵਕਾ ਹੋਤੀ ਹਮਾਰੀ। ਨਿੰਦ ਜੀਵਕਾ ਕਹਿਣ ਲੱਗੇ ਸਾਡੀ ਸਾਰੀ ਜ਼ਿੰਦਗੀ ਹੀ ਜਿਹੜੀ ਹੈ, ਉਹ ਜਿਹੜੀ ਉਪਜੀਵਕਾ ਆਪਣੀ ਰੋਜੀ ਰੋਟੀ ਲਈ ਕਮਾਉਂਦੇ ਸਾਂ, ਉਹ ਮਾੜੇ ਕੰਮਾਂ ਦੇ ਨਾਲ ਹੀ ਆਪਾਂ ਉਪਜੀਵਕਾ ਕਮਾਉਂਦੇ ਸਾਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਜ਼ਿੰਦਗੀ ਆਪਾਂ ਜਿਹੜੇ ਹੈ ਨਿੰਦਨਯੋਗ ਕੰਮ ਜਿਹੜੇ ਨੇ ਉਹ ਕਰਦੇ ਰਹੇ ਸਾਂ ਜੀ। ਮਾਰੇ ਜੀਵਨ ਬਿਨਾ ਵਿਚਾਰੀ। ਤੇ ਬਿਨਾਂ ਵਿਚਾਰ ਤੋਂ ਅੱਜ ਤੱਕ ਜਿਹੜਾ ਸਾਡੇ ਕੋਲ ਆਇਆ ਨਗਰ ਦੇ ਵਿੱਚ, ਪਹਿਲਾਂ ਆਪਾਂ ਉਹਨੂੰ ਪ੍ਰਸ਼ਾਦਾ ਪਾਣੀ ਪੁੱਛਣਾ, ਰਾਤ ਸੌਣ ਲਈ ਚਾਰ ਪਾਈ ਮੰਜਾ ਬਿਸਤਰਾ ਦੇਣਾ, ਫਿਰ ਰਾਤ ਨੂੰ ਭੋਜਨ ਛਕਾ ਕੇ ਜਦੋਂ ਉਹਨਾਂ ਸੌ ਜਾਣਾ ਤੇ ਉਹਨਾਂ ਨੂੰ ਮਾਰ ਮੁਕਾ ਦੇਣਾ। ਕਿਸੇ ਗਰੀਬ ਦਾ ਭਲਾ ਨਹੀਂ, ਕਿਸੇ ਅਮੀਰ ਦਾ ਭਲਾ ਨਹੀਂ, ਕੋਈ ਬੱਚਾ ਨਹੀਂ, ਕੋਈ ਜਿਹੜੀ ਹੈ ਬਜ਼ੁਰਗ ਨਹੀਂ, ਆਦਿ ਕਿਸੇ ਨੂੰ ਨਾ ਬਖਸ਼ਿਆ ਸੀ ਅੱਜ ਤੱਕ। ਜਿਹੜਾ ਵੀ ਆਇਆ ਬਸ ਆਪਣੀ ਠੱਗ ਬਿਰਤੀ ਦੇ ਕਰਕੇ ਸਾਰਿਆਂ ਨੂੰ ਮਾਰ ਮੁਕਾ ਕੇ
ਉਹਨਾਂ ਦਾ ਹੱਤਿਆ ਕਰਕੇ ਬਸ ਪਾਪ ਹੀ ਵਿਹਾਜਦੇ ਰਹੇ ਸਾਂ ਜੀ। ਤੁਮ ਸਮਰਥ ਸੰਤ ਸੁਖਦਾਈ। ਹੁਣ ਜਦੋਂ ਇਹ ਘਟਨਾ ਆਪਾਂ ਦੇਖੀ ਕਿ ਜਿਹੜੀ ਹੈ ਉਹ ਜੰਮ ਬੜੇ ਕੁੱਟਦੇ ਨੇ, ਜੰਮ ਜਿਹੜੇ ਨੇ ਬੜਾ ਵਿਆਕੁਲ ਕਰਦੇ ਨੇ ਪਾਪਾਂ ਕਰਕੇ, ਜਿਹਨੇ ਪਾਪ ਕੀਤੇ ਹੁਣ ਉਹਨੂੰ ਬੜੀ ਮਾਰ ਪੈਂਦੀ ਹੈ। ਪਰ ਜਿੱਥੇ ਤੁਹਾਡੀ ਨਜ਼ਰ ਪੈ ਜਾਵੇ ਉਹ ਪਾਪਾਂ ਦੇ ਵਿੱਚੋਂ ਵੀ ਜਿਹੜਾ ਹੈ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ। ਇਸ ਕਰਕੇ ਉਹਨਾਂ ਜਮਦੂਤਾਂ ਨੇ ਸਾਨੂੰ ਜੋ ਸਮਝਾਇਆ ਉਹ ਹਿਰਦੇ 'ਚ ਗੱਲ ਬੈਠ ਗਈ ਹੈ ਕਿ ਪਾਪ ਕਰਨੇ ਚੰਗੇ ਨਹੀਂ ਹਨ। ਇਸ ਕਰਕੇ ਸਾਨੂੰ ਇਹ ਹੁਣ ਯਕੀਨ ਵੱਜ ਗਿਆ, ਤੁਮ ਸਮਰੱਥ ਸੰਤ ਸੁਖਦਾਈ। ਹੇ ਸੰਤ ਜੀ ਤੁਸੀਂ ਸਮਰੱਥ ਹੋ, ਤੁਸੀਂ ਸਾਰੇ ਸੁੱਖਾਂ ਦੀਆਂ ਦਾਤਾਂ ਦੇਣ ਵਾਲੇ ਹੋ ਜੀ। ਆਪਣੀ ਕਲਾ ਨਾ ਹਮੇ ਦਿਖਾਈ। ਕਹਿੰਦੇ ਜਦੋਂ ਤੁਸੀਂ ਸਾਡੇ ਕੋਲ ਆਏ ਸੀ ਉਦੋਂ ਤੁਸੀਂ ਸਾਨੂੰ ਇਹ ਆਪਣੀ ਕਲਾ ਵਿਖਾਈ। ਜੇ ਕਿਤੇ ਪਹਿਲਾਂ ਇਹ ਕੰਮ ਸਾਨੂੰ ਕਰਕੇ ਵਿਖਾ ਦਿੰਦੇ ਤੁਸੀਂ। ਬਖਸ਼ ਬੜੇ ਘਰੇ ਅਪਰਾਧ। ਚਲੋ ਜਿੱਦਾਂ ਵੀ ਹੋ ਗਿਆ, ਦੇਰ ਆਏ ਦਰੁਸਤ ਆਏ, ਸ਼ਾਮ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਾਵੇ, ਉਹਨੂੰ ਭੁੱਲਿਆ ਨਹੀਂ ਕਹਿੰਦੀ ਦੁਨੀਆ। ਮਾਪੇ ਵੀ ਜਿਹੜੇ ਨੇ ਉਹ ਗੱਲ ਨਾਲ ਲਾ ਲੈਂਦੇ ਨੇ। ਇਸ ਕਰਕੇ ਕਹਿਣ ਲੱਗੇ ਬਖਸ਼ੋ ਬੜੇ ਕਰੇ ਅਪਰਾਧ। ਹੇ ਬਖਸ਼ਣਹਾਰੇ ਸਾਨੂੰ ਬਖਸ਼ ਲੈ, ਅਸੀਂ ਬੜੇ ਵੱਡੇ ਅਪਰਾਧ ਜਿਹੜੇ ਨੇ ਸੰਸਾਰ ਤੇ ਰਹਿੰਦਿਆਂ ਹੋਇਆਂ ਕਮਾਏ ਹਨ ਜੀ। ਪਰ ਉਪਕਾਰੀ ਹਵੇ ਜਗ ਸਾਧੂ। ਜਿਹੜੇ ਸਾਧੂ ਜਨ ਹੁੰਦੇ ਹਨ ਬੜੇ ਹੁਣ ਦੀਨ ਹੋ ਗਏ, ਆਤੁਰ ਹੋ ਗਏ, ਬੜੀਆਂ ਨਿਮਰਤਾ ਭਾਵਨਾਵਾਂ ਲੈ ਕਰਕੇ ਬੇਨਤੀਆਂ ਇੱਦਾਂ ਕਰਨ ਲੱਗੇ। ਕਹਿਣ ਲੱਗੇ ਅਸੀਂ ਸਾਧੂਆਂ ਦਾ ਜਸ ਸੁਣਿਆ ਹੈ। ਜਿਹੜੇ ਸਾਧੂ ਹੁੰਦੇ ਨੇ ਨਾ, ਸਾਧੂ ਉਹ ਬੜੇ ਪਰ ਉਪਕਾਰ ਵਾਲੇ ਹੁੰਦੇ ਨੇ। ਉਹ ਕੋਈ ਬੁਰਾ ਵੀ ਕਰੇ ਉਹਦਾ ਵੀ ਜਿਹੜਾ ਹੈ ਬੁਰਾ ਨਹੀਂ ਚਾਹੁੰਦੇ। ਬਾਬਾ ਫਰੀਦ ਜੀ ਦੇ ਮੈਨੂੰ ਬਚਨ ਯਾਦ ਆ ਰਹੇ ਨੇ। ਉੱਥੇ ਮੇਰੇ ਮਾਲਕ ਕਹਿੰਦੇ ਪਏ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਉਹ ਪਰ ਉਪਕਾਰੀ ਬਿਰਤੀ ਵਾਲੇ ਜਿਹੜੇ ਸਾਧੂ ਹੁੰਦੇ ਨੇ ਨਾ, ਉਹ ਸਾਡੇ ਵਰਗੇ ਪਾਪੀਆਂ ਦਾ ਪਾਰ ਉਤਾਰਾ ਕਰ ਦਿੰਦੇ। ਆਪਾਂ ਏਦਾਂ ਸੁਣਿਆ ਹੈ ਜੀ। ਚਲੋ ਗਰਾਮ ਸ੍ਰੀ ਪ੍ਰਭੂ ਬਹੋਰੀ। ਤੇ ਜਦੋਂ ਹੁਣ ਇੰਨੇ ਬਚਨ ਕਹੇ ਫਿਰਦਾ ਹੋਰ ਭਤੀਜਿਆ ਬੜੇ ਦੀਨ ਬਣ ਗਏ। ਤੇ ਜਿਹੜੇ ਕਹਿੰਦੇ ਸਨ ਕਿ ਇਹਨੂੰ ਮਾਰ ਦੇਣਾ ਹੈ, ਇਹਨਾਂ ਨੂੰ ਮੁਕਾ ਦੇਣਾ ਹੈ, ਧਨ ਸੰਪਦਾ ਖੋਹ ਲੈਣੀ ਹੈ, ਛੱਡਣਾ ਨਹੀਂ। ਹੁਣ ਉਹੀ ਜਿਹੜੇ ਜਦੋਂ ਹੁਣ ਗੁਰੂ ਦੀ ਸਵੱਲੀ ਨਜ਼ਰ ਇਹਨਾਂ ਦੇ ਉੱਤੇ ਪਈ, ਅੰਦਰਲੇ ਕੋ ਕਰਮ ਜਾਗੇ ਤੇ ਅੰਦਰਲੀ ਬਿਰਤੀ ਕੋ ਕਰਮਾਂ ਵਾਲੀ ਮੇਰੇ ਮਾਲਕ ਨੇ ਅਜੇ ਨਾਸ਼ ਕਰ ਦਿੱਤੀ ਹੈ। ਉਹੀ ਕਹਿੰਦੇ ਪਏ ਨੇ, ਚਲੋ ਗਰਾਮ ਸ਼੍ਰੀ ਪ੍ਰਭੂ। ਹੇ ਸ਼੍ਰੀ ਪ੍ਰਭੂ ਧੰਨ ਗੁਰੂ ਨਾਨਕ ਜੀ, ਹੁਣ ਬੋਹਰੀ ਕਰੋ ਸਾਡੀ, ਸਾਡੇ ਘਰ ਸਾਡੇ ਨਗਰ ਦੇ ਵਿੱਚ ਚੱਲਣਾ ਕਰੋ ਜੀ। ਬਿਨਤੀ ਸਰਬ ਕਰੇ ਕਰ ਜੋਰੀ। ਉਹ ਆਪ ਤਾਂ ਇਕੱਠੇ ਹੋਏ ਸਨ ਤੇ ਇੰਨੇ ਟਾਈਮ ਨੂੰ ਉਹਨਾਂ ਨੇ ਸਾਰੇ ਠੱਗ ਜਿਹੜੇ ਹੋਰ ਸੀ ਉਹਨਾਂ ਨੂੰ ਵੀ ਕੋਲ ਬੁਲਾ ਲਿਆ। ਇਸ ਕਰਕੇ ਸਾਰੇ ਇਕੱਠੇ ਹੋ ਕੇ ਇਹ ਬੇਨਤੀ, ਇਹ ਜੋਦੜੀ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਸੀਂ ਹੁਣ ਵਾਪਸ ਚੱਲੋ, ਅੱਗੇ ਨਹੀਂ ਜਾਣਾ। ਹੁਣ ਸਾਡੇ ਨਗਰ ਦੇ ਵਿੱਚ ਚਰਨ ਪਾਓ ਆਪਣੇ। ਅਗ ਓ ਕਨ ਮੇ ਹਮ ਗਲਤਾਨਾ। ਅਸੀਂ ਤਾਂ ਅਗ ਓਗਨ ਮੇ ਪਾਪਾਂ ਦੇ ਵਿੱਚ ਅਸੀਂ ਜਿਹੜੇ ਸਾਨਾ ਉਹ ਖੁੱਬੇ ਹੋਏ ਸਾਂ, ਇੰਨੇ ਗਲਤਾਨ ਹੋ ਚੁੱਕੇ ਸਾਂ। ਹਿੰਸਾ ਮੇ ਦੀਨ ਰੈਨ ਬਤਾਨਾ। ਬਸ ਹਿੰਸਾ ਦੇ ਵਿੱਚ ਹੀ, ਮਾਰ ਟੁੱਕ ਦੇ ਵਿੱਚ ਹੀ ਅਸੀਂ ਜਿਹੜੇ ਸਾਨਾ ਦਿਨ ਰਾਤ ਆਪਣਾ ਜੀਵਨ ਬਤੀਤ ਕਰਦੇ ਪਏ ਸਾਂ ਜੀ। ਦੀਨ ਪਏ ਅਬ ਲੋਕ ਗੁਸਾਈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਨਾਨਕ ਦਾ ਘਰ ਹੈ, ਗੁਰ ਕੀ ਸੰਗਤ ਜੀ। ਜਿਹੜਾ ਝੁਕ ਕੇ ਆ ਗਿਆ ਉਹਨੂੰ ਗੱਲ ਨਾਲ ਲਾਉਂਦਾ ਹੈ, ਤੇ ਜਿਹੜਾ ਚੜ੍ਹ ਕੇ ਆ ਗਿਆ ਉਹਨੂੰ ਤੇਗ ਵੀ ਵਿਖਾਉਂਦਾ ਹੈ। ਧਿਆਨ ਦੇਣਾ, ਆਏ ਗਏ ਨੂੰ ਦੇਗ ਪੱਕੀ, ਸਿਰ ਚੜੇ ਨੂੰ ਤੇਗ ਪੱਕੀ। ਇਹ ਪੰਥ ਦਾ ਨਾਰਾ ਵੀ ਮਸ਼ਹੂਰ ਰਿਹਾ ਕਿ ਗੁਰੂ ਇਤਿਹਾਸ ਗਵਾਹ ਹੈ, ਜੇ ਕੋਈ ਆ ਗਿਆ ਸ਼ਰਨ ਦੇ ਵਿੱਚ ਤੇ ਉਹਨੂੰ ਸ਼ਰਨ ਵੀ ਦਿੱਤੀ ਤੇ ਉਹਨੂੰ ਬਚਾਇਆ ਵੀ ਮਾਤਾ ਕੋਲਾਂ ਵਰਗੀ। ਜਿਹੜੀ ਜਰਵਾਣਿਆਂ ਤੋਂ ਬਚ ਕੇ ਭਾਈ ਮਣੀ ਸਿੰਘ ਜੀ ਵਰਗਿਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਪਕੜਾ ਦਿੱਤੀ।
ਬੇਟੀ ਜਾਣ ਕੇ ਸਿਰ ਤੇ ਹੱਥ ਰੱਖਿਆ, ਸਾਰੀ ਜ਼ਿੰਦਗੀ ਉਹਦੇ ਨਾਲ ਸਾਥ ਤੁਰਨ ਦਾ ਵਾਅਦਾ ਨਿਭਾਇਆ ਭਾਈ ਵਾਹਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਅੰਤਲੇ ਸਮਿਆਂ ਦੇ ਵਿੱਚ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਆ ਗਏ। ਤੇ ਉੱਥੇ ਆ ਕੇ ਜਿਸ ਦਿਨ ਮਾਤਾ ਕੋਲਾਂ ਦਾ ਅਕਾਲ ਚਲਾਣਾ ਹੁੰਦਾ, ਪਰ ਪੁਰ ਪਿਆਣਾ ਹੁੰਦਾ, ਮਾਤਾ ਪੁਕਾਰਦੀ ਹੈ, ਐ ਪਿਤਾ ਜੀ ਦਰਸ਼ਨ ਦਿਓ, ਤੁਸੀਂ ਵਾਅਦਾ ਕੀਤਾ ਸੀ। ਇਤਿਹਾਸ ਕਹਿੰਦਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਾਹਿਗੁਰੂ ਦਰਿਆ ਬਿਆਸ ਦਾ ਪੱਤਨ ਪਾਰ ਕਰਕੇ ਕਰਤਾਰਪੁਰ ਸਾਹਿਬ ਜੀ ਦੀ ਉਹ ਧਰਤੀ, ਜਿਸ ਕਮਰੇ ਦੇ ਵਿੱਚ ਮਾਤਾ ਕੋਲਾਂ ਜੀ ਅੰਤਲੇ ਸਵਾਸਾਂ ਤੇ ਹਨ, ਉੱਥੇ ਪਹੁੰਚੇ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ, ਨਮਸਕਾਰ ਕਰਨ ਵਾਸਤੇ ਉੱਠੇ ਹਨ, ਚਰਨਾਂ ਨੂੰ ਹੱਥ ਲਾਇਆ, ਪਰ ਦੂਜੀ ਵਾਰ ਮਾਤਾ ਕੋਲਾਂ ਜੀ ਆਪਣਾ ਸੀਸ ਜਿਹੜਾ ਹੈ ਚਰਨਾਂ ਤੋਂ ਚੁੱਕ ਨਾ ਸਕੇ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅੱਜ ਵੀ ਉਹਨਾਂ ਦੀ ਪਾਵਨ ਪਵਿੱਤਰ ਯਾਦ ਕਰਤਾਰਪੁਰ ਸਾਹਿਬ ਜੀ ਦੀ ਧਰਤੀ, ਪੱਕਾ ਬਾਗ ਜੋ ਅੱਜ ਧੀਰ ਮੱਲੀਆਂ ਦੇ ਕਬਜ਼ੇ ਦੇ ਅੰਦਰ ਹੈ, ਉੱਥੇ ਸੁਭਾਈਮਾਨ ਹੈ। ਹਾਂ, ਇਹ ਜ਼ਰੂਰ ਹੈ ਉਹਨਾਂ ਦੇ ਨਾਂ ਦੇ ਉੱਤੇ ਇੰਨੇ ਵੱਡੇ ਜਿਹੜੇ ਨੇ ਕਹਿ ਲਈਏ ਧਾਰਮਿਕ ਕੇਂਦਰ ਖੁੱਲ੍ਹ ਗਏ, ਜਿੱਥੇ ਦੁਕਾਨਦਾਰੀਆਂ ਚੱਲ ਗਈਆਂ, ਪਰ ਉਹਨਾਂ ਦੀ ਅੰਤਮ ਯਾਦ ਨੂੰ ਅੱਜ ਤੱਕ ਕਿਸੇ ਨੇ ਸਾਂਭਣ ਦਾ ਜਿਹੜਾ ਯਤਨ ਨਹੀਂ ਕੀਤਾ। ਉਹ ਅੱਜ ਵੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਧੀਰ ਮੱਲੀਆਂ ਦੇ ਕਬਜ਼ੇ ਦੇ ਵਿੱਚ ਹੋਣ ਕਰਕੇ ਵੀਰਾਨ ਪਈ ਹੈ, ਜਿਹਨੂੰ ਕੋਈ ਸਾਂਭਣ ਦਾ ਯਤਨ ਨਹੀਂ ਕਰ ਰਿਹਾ। ਹਾਂ, ਮਾਤਾ ਕੋਲਾਂ ਦੇ ਨਾਂ ਦੇ ਉੱਤੇ ਜਿਹੜੀ ਦੁਕਾਨਦਾਰੀ ਬੜੀ ਵੱਡੀ ਚੱਲੀ ਹੋਈ ਹੈ, ਇਸ਼ਾਰਾ ਆਪ ਜੀ ਸਮਝਦੇ ਹੋ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਮਾਂ ਨੂੰ, ਜਿਹਨੂੰ ਧੀ ਜਾਣ ਕੇ ਹੱਥ ਰੱਖਿਆ ਸਿਰ ਦੇ ਉੱਤੇ, ਗੁਰ ਕੀ ਸੰਗਤ ਜੀ, ਉਹਦੇ ਨਾਮ ਦੇ ਉੱਤੇ ਜਿਹੜੇ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ 5 ਸਰੋਵਰ ਹਨ, ਉਹਨਾਂ ਦੇ ਵਿੱਚੋਂ ਉਸ ਮਾਂ ਦੇ ਨਾਮ ਦੇ ਉੱਤੇ ਕੋਲਸਰ ਜਿਹੜਾ ਸੀ ਉਹ ਸਰੋਵਰ ਜਿਹੜਾ ਕਾਇਮ ਕੀਤਾ। ਅੱਜ ਵੀ ਗੁਰਦੁਆਰਾ ਕੋਲਸਰ ਸਾਹਿਬ ਬਾਬਾ ਅਟਲ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ, ਉਹਦੇ ਸਾਹਮਣੇ ਗੁਰਦੁਆਰਾ ਹੈ, ਵਿੱਚ ਸਰੋਵਰ ਹੈ। ਇੱਧਰ ਬਾਬਾ ਅਟਲ ਰਾਏ ਜੀ ਹਨ ਤੇ ਦੂਜੇ ਪਾਸੇ ਮਾਤਾ ਕੋਲਾਂ ਜੀ ਦਾ ਗੁਰਦੁਆਰਾ ਹੈ। ਸਾਹਿਬ ਜੀ ਕਹਿੰਦੇ ਪਏ ਨੇ, ਹਿੰਸਾ ਮੈਂ ਦਿਨ ਰੈਣ ਬਿਤਾਏ, ਦੀਨ ਪਏ ਅਵਲੋਕ ਗੁਸਾਈ। ਹੁਣ ਜਦੋਂ ਇਸ ਤਰ੍ਹਾਂ ਕੋਈ ਸ਼ਰਨ ਦੇ ਵਿੱਚ ਆ ਜਾਵੇ ਤੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਦੀ ਕਿਸੇ ਨੂੰ ਮੋੜਿਆ ਨਹੀਂ। ਹੁਣ ਉਹ ਜਗਤ ਦੇ ਗੁਸਾਈ ਬੜੇ ਜਿਹੜੇ ਨੇ, ਇਹਨਾਂ ਦੇ ਵੱਲ ਦੀਨ ਹੋ ਕੇ ਦੇਖਦੇ ਹਨ ਜੀ। ਸਾਡੇ ਗ੍ਰਾਮ ਕੀ ਦਿਸ ਤਿਸ ਥਾਈ, ਪਿੱਛੇ ਹਟੇ ਤੇ ਇਹਨਾਂ ਦੇ ਨਗਰ ਵੱਲ ਨੂੰ ਤੁਰ ਪਏ ਹਨ ਜੀ। ਸਿਰ ਗੁਰ ਕੋ ਲੈ ਸੰਗ ਸੋ ਆਏ, ਸਾਰੇ ਜਾਣੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕਰਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਦਿਆਂ ਆਪਣੇ ਨਗਰ 'ਚ ਪਹੁੰਚੇ ਹਨ ਜੀ। ਸਰਬ ਪਰ ਸੰਗੇ ਗ੍ਰਾਮ ਸੁਨਾਏ, ਇਹ ਸਾਰੀ ਵਾਰਤਾਲਾਪ ਕਹਾਣੀ ਕਥਾ ਜਿਹੜੀ ਹੈ, ਉਹਨਾਂ ਨੇ ਆਪਣੇ ਪਿੰਡ ਵਾਸੀਆਂ ਨੂੰ ਸੁਣਾਉਣੀ ਕੀਤੀ। ਸਾਡੇ ਨਾਲ ਏਦਾਂ ਉੱਥੇ ਬੀਤੀ ਹੈ ਜੀ। ਉਤੋ ਸਥਾਨ ਜਹਾਂ ਤਿਨ ਨੀਕਾ, ਉਸ ਨਗਰ ਦੇ ਵਿੱਚ ਜਿੱਤਾ ਸਭ ਤੋਂ ਸ਼ੋਭਨੀਕ ਅਸਥਾਨ ਸੀ, ਉਸ ਅਸਥਾਨ ਦੇ ਉੱਤੇ ਤੇ ਬਿਠਾਏ ਬੇਦੀ ਕੁਲ ਟੀਕਾ, ਬੇਦੀ ਕੁਲ ਦੇ ਟਿੱਕਾ ਕਹਿੰਦੇ ਨੇ ਸਭ ਤੋਂ ਵੱਡੇ ਨੂੰ, ਆਂਦੇ ਬੇਦੀ ਕੁਲ ਦੇ ਸਭ ਤੋਂ ਵੱਡੇ ਸਿਰਮੌਰ ਤਾਰੇ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਇਹੋ ਜਿਹੇ ਧੰਨ ਗੁਰੂ ਨਾਨਕ ਸਾਹਿਬ ਜੀ ਜੋ ਰਾਜੇ ਹਨ, ਉਹਨਾਂ ਨੂੰ ਉਸ ਨਗਰ ਦੀ ਸਭ ਤੋਂ ਸੁੰਦਰ, ਸਭ ਤੋਂ ਸ਼ੋਭਨੀਕ ਜਗ੍ਹਾ ਦੇ ਉੱਤੇ ਜਿਹੜਾ ਬਿਰਾਜਮਾਨ ਕੀਤਾ ਹੈ ਜੀ। ਧਰੇ ਉਪਾਏ ਨ ਬੰਧਨ ਕਰਹੀ, ਤੇ ਆਪਣੇ ਸੀਸ ਨੂੰ ਨਵਾਉਂਦੇ ਹਨ, ਤੇ ਜਿਨ੍ਹਾਂ ਕੋ ਵੀ ਕੁਝ ਸਰਦਾ ਬਣਦਾ ਹੈ, ਉਹ ਉਪਹਾਰ ਰੂਪ ਜਗ੍ਹਾ ਸ਼ੁੱਧ ਜਿਹੜੀ ਹੈ ਭੇਟਾਵਾਂ ਰੱਖ ਰਹੇ ਅੱਗੇ ਹਨ ਜੀ। ਉਸ ਤਦ ਬਾਰੰਗਾਰ ਉਚਰਹੀ, ਤੇ ਬਾਰੰਬਾਰ ਕਹਿ ਰਹੇ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਸ ਤਰ੍ਹਾਂ ਉਹਨਾਂ ਦੀ ਉਪਮਾ ਕਰਦੇ ਹਨ ਜੀ। ਜਿਸ ਪਰ ਕਰ ਹਾਵੇ ਭਲਾ ਹਮਾਰਾ, ਹੁਣ ਅੱਗੋਂ ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਇਹ ਮੇਹਰਾਂ ਦੇ ਸਾਈਂ ਧੰਨ ਗੁਰੂ ਨਾਨਕ ਜੀ, ਜਿਸ ਪ੍ਰਕਾਰ ਸਾਡਾ ਭਲਾ ਹੋ ਜਾਵੇ। ਸਿਖਵਨ ਸਹੁ ਸਿਖਾਏ ਉਦਾਰਾ, ਸਾਨੂੰ ਉਸ ਤਰ੍ਹਾਂ ਦੀ ਸਿੱਖਿਆ ਦਿਓ ਕਿ ਸਾਡਾ ਜਿਹੜਾ ਹੈ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ।
ਮਾਨਵ ਸਰਬ ਕੋਰ ਕਰ ਮਨ ਲਾਗੇ ਅਸੀਂ ਸਾਰੇ ਜਿਹੜੇ ਮਨੁੱਖ ਸਾਂ ਕੋ ਕਰਮ ਕਰਨ ਲੱਗੇ ਹੋਏ ਸਾਂ। ਸਮਝ ਭਰੀ ਤੁਮ ਦਰਸ਼ਨ ਭਾਗੇ ਹੁਣ ਜਦੋਂ ਦੇ ਤੁਹਾਡੇ ਚਰਨ ਕਮਲਾਂ ਦੇ ਤੁਹਾਡੇ ਦਰਸ਼ਨ ਹੋਏ ਹਨ ਉਦੋਂ ਦੀ ਸਾਨੂੰ ਸਮਝ ਪਈ ਹੈ ਜੀ। ਬਿਨੇ ਸੁਣੀ ਤਿਨ ਕੀ ਗੁਣ ਖਾਨੀ ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇੰਨੇ ਆਤੁਰ ਹੋ ਗਏ, ਇੰਨਾ ਸਤਿਕਾਰ ਕੀਤਾ ਤੇ ਮਨ ਜਿਹੜਾ ਹੈ ਉਹ ਦਰਬ ਗਿਆ। ਦੀਨਾਂ ਦੀ ਖਾਨ, ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਬਿਨੇ ਇਸ ਤਰ੍ਹਾਂ ਜਦੋਂ ਸੁਣਨੀ ਕੀਤੀ ਹੈ ਜੀ। ਸੋਖਦ ਮੁਗਤ ਦਾ ਬੋਲੇ ਬਾਣੀ ਤੇ ਆਪਣੇ ਮੂੰਹ ਦੇ ਵਿੱਚੋਂ ਸੁਖ ਦੇਣ ਵਾਲੇ, ਮੁਕਤ ਕਰਨ ਵਾਲੇ ਬਚਨ ਜਿਹੜੇ ਬੋਲਣੇ ਕੀਤੇ ਹਨ ਜੀ। ਨਿਤ ਜੀਵ ਕਾ ਪਾਸਲ ਤਿਆਗ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਠੱਗੋ ਹੁਣ ਤੁਹਾਡਾ ਜਿਹੜਾ ਹੈ ਸਮਾਂ ਬਦਲ ਗਿਆ। ਪਿਆਤਨਾ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਅੱਜ ਤੋਂ ਬਾਅਦ ਕੰਨਾਂ ਨੂੰ ਹੱਥ ਲਾ ਲਓ, ਤੋਬਾ ਕਰ ਲਓ ਪਾਪਾਂ ਦੀ। ਨਿੰਦ ਜੀਵ ਕਾ ਪਾਛਨ ਤਿਆਗੋ। ਮਾੜੇ ਕਰਮ ਜਿਹੜੇ ਪਿੱਛੇ ਤੁਸੀਂ ਕਰਦੇ ਸੋ ਨਾ ਉਹਨਾਂ ਨੂੰ ਹੁਣ ਤੁਸੀਂ ਜਿਹੜਾ ਹੈ ਉਹ ਤਿਆਗ ਦਿਓ ਜੀ। ਕਿਰਕੀ ਕਰਨ ਭਲੇ ਮਗਲਾ ਗੋ ਤੇ ਹੁਣ ਤੁਸੀਂ ਜਿਹੜਾ ਹੈ ਚੰਗੇ ਕਰਮ ਕਰਨ ਵਾਲ ਜਿਹੜੇ ਉਹ ਜੁੜ ਜਾਓ। ਧਿਆਨ ਦੇਣਾ, ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਪਿਛਲਾ ਜਨਮ ਗੁਨਾਹੀ ਭਰਿਆ ਹਰ ਕੀ ਭਗਤ ਨ ਕੀਤੀ। ਪਿਛਲਾ ਜਨਮ ਗੁਨਾਹੀ ਭਰਿਆ ਹਰ ਕੀ ਭਗਤ ਨ ਕੀਤੀ। ਆਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਸ਼ਾਮ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਉਹਨੂੰ ਭੁੱਲਿਆ ਨਹੀਂ ਕਹਿੰਦੀ ਦੁਨੀਆ। ਇਹ ਭਾਈ ਤੁਸੀਂ ਸ਼ਰਨ 'ਚ ਆਏ ਹੋ, ਮੁਬਾਰਕ ਹੈ। ਗੁਰੂ ਨਾਨਕ ਦਾ ਘਰ ਤੁਹਾਨੂੰ ਜਿਹੜਾ ਹੈ ਸ਼ਰਨ 'ਚ ਰੱਖਦਾ ਹੈ। ਪਰ ਹੁਣ ਪਿਛਲੇ ਕੰਮ ਠੱਗੀਆਂ, ਠੋਰੀਆਂ, ਮਾਰਨਾ, ਲੁੱਟਣਾ ਇਹ ਬੰਦ ਕਰ ਦਿਓ। ਚੰਗੇ ਕਰਮ, ਭਲੇ ਕਰਮ ਜਿਹੜੇ ਨੇ ਉਹ ਕਰੋ। ਭਲੇ ਮਾਰਗ ਦੇ ਉੱਤੇ ਚੱਲਣਾ ਕਰੋ। ਅਬ ਜੇ ਤੋ ਘਰ ਮੇ ਹੋ ਦਰਬਾਰ ਤੇ ਹੁਣ ਜੇ ਤੁਹਾਡੇ ਘਰ ਦੇ ਵਿੱਚ ਜਿਹੜਾ ਖਜ਼ਾਨਾ ਜਿਹੜਾ ਪਿਆ ਹੋਇਆ ਲੁੱਟਿਆ ਮਾਲ ਮੱਤਾ, ਕਿਉਂਕਿ ਹੁਣ ਜਿਹੜੇ ਨੇ ਇਹਨਾਂ ਨੂੰ ਚੰਗੇ ਪਾਸੇ ਤੋਰਨਾ ਹੈ ਤੇ ਕੁਝ ਪਾਉਣ ਵਾਸਤੇ ਕੁਝ ਖੋਣਾ ਵੀ ਪੈਂਦਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਇਹਨਾਂ ਦੇ ਘਰਾਂ ਦੇ ਜਿਤਨਾ ਵੀ ਮਾਲ ਮੱਤ ਪਿਆ ਹੈ ਉਹ ਸਾਰਾ ਬਾਹਰ ਕਢਾਉਣ ਲੱਗੇ ਹਨ। ਕਹਿਣ ਲੱਗੇ ਜੋ ਵੀ ਦਰਬ, ਜੋ ਵੀ ਧਨ ਤੁਹਾਡੇ ਘਰ ਪਿਆ ਹੈ ਜੀ, ਪਾਪਨ ਕਾ ਸੋ ਲਟਾਵੋ ਸਾਰੇ ਬਾ ਉਹ ਪਾਪਾਂ ਦਾ ਇਕੱਠਾ ਕੀਤਾ ਹੋਇਆ ਧਨ ਹੈ। ਪਿਆਰ ਨਾਲ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹ ਤੁਸੀਂ ਪਾਪ ਕਰਕੇ ਪਰਾਇਆ ਧਨ ਜਿਹੜਾ ਹੈ ਉਹ ਇਕੱਠਾ ਕੀਤਾ ਹੋਇਆ ਹੈ। ਇਸ ਕਰਕੇ ਪਰਾਏ ਧਨ ਦੇ ਉੱਤੇ ਹੁਣ ਤੁਹਾਡਾ ਹੱਕ ਤਾਂ ਨਹੀਂ। ਇਸ ਕਰਕੇ ਤੁਸੀਂ ਜਿਹੜਾ ਹੈ ਉਹ ਧਨ ਜਿਹੜਾ ਹੈ ਬਾਹਰ ਕੱਢੋ। ਕਰੋ ਕਮਾਈ ਹਾਥਨ ਸੰਗਾ ਉਸ ਧਨ ਨੂੰ ਗਰੀਬਾਂ ਦੇ ਵਿੱਚ ਜਿਹੜਾ ਹੈ ਲੁਟਾ ਦਿਓ। ਹੁਣ ਆਪਣੇ ਹੱਥੀਂ ਕਿਰਤ ਕਰਨੀ ਸ਼ੁਰੂ ਕਰ ਦਵੋ ਜੀ। ਇਹ ਮੇ ਕਰੋ ਪੁਨ ਸੋ ਮੰਗਾ ਤੇ ਇਹ ਜਿਹੜੀ ਹੈ ਆਪਣੇ ਹੱਥਾਂ ਦੇ ਨਾਲ ਉਮੰਗ ਭਰੀਆਂ ਜਿਹੜੀਆਂ ਨੇ ਆਪਣੀ ਕਿਰਤ ਕਮਾਈ ਦੀਆਂ ਦਾਤਾਂ ਇਹਨੂੰ ਅਪਣਾਉਣਾ ਕਰੋ ਜੀ। ਗ੍ਰਾਮ ਵਿਖੇ ਧਰਮਸ਼ਾਲਾ ਰਾਚੇ ਆਪਣੇ ਗ੍ਰਹਿ ਦੇ ਅੰਦਰ ਭਾਵ ਆਪਣੇ ਗ੍ਰਾਮ ਪਿੰਡ ਦੇ ਵਿੱਚ ਇੱਕ ਸੁੰਦਰ ਜਿਹੜੀ ਹੈ ਧਰਮਸ਼ਾਲ ਜਿਹੜੀ ਹੈ ਬਣਾਉਣੀ ਕਰੋ ਜੀ। ਅਸਨ ਖਵਾਏ ਅਥਿਤ ਪੁਨਾਚੇ ਕੋਈ ਅਤਿਥੀ ਤੁਹਾਡੇ ਘਰਾਂ ਦੇ ਵਿੱਚ ਆ ਜਾਵੇ ਤੇ ਉਹਨੂੰ ਜਿਹੜੀ ਹੈ ਨਾ ਬੜੀ ਜਤਾ ਯੁਕਤ ਜਿਹੜੀ ਹੈ ਉਹਦੀ ਸੇਵਾ ਭਾਵਨਾ ਦੇ ਨਾਲ ਜਿਹੜੀ ਹੈ ਉਹ ਉਹਨੂੰ ਆਓ ਭਗਤ ਕਰਨੀ ਕਰੋ ਜੀ। ਸਤਨਾਮ ਕੋ ਸਿਮਰਨ ਕਾਰਨ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਭਲਿਓ ਉਹ ਕਰੋ। ਮੰਤਰ ਸਰਬ ਕੁਲ ਖਨ ਕੋ ਹਾਰਨ ਇਹ ਮੰਤਰ ਹੈ ਸਿਰਮੌਰ। ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਜੀ।
ਕਿਰਤ ਕਰੋ ਆਪਣੀ ਦਿਨ ਮਾਹੀ ਸਾਰਾ ਦਿਨ ਆਪਣੀ ਕਿਰਤ ਜਿਹੜੀ ਹੈ ਉਹ ਕਰਨੀ ਕਰੋ ਜੀ। ਮਿਲੋ ਸੰਜ ਧਰਮਸ਼ਾਲਾ ਜਾਹੀ ਤੇ ਜਦੋਂ ਸ਼ਾਮਾਂ ਪੈਣ ਜਿਹੜੀ ਧਰਮਸ਼ਾਲਾ ਬਣਾਉਣੀ ਹੈ ਉਹਦੇ ਵਿੱਚ ਜਾ ਕੇ ਜਿਹੜਾ ਹੈ ਬਾਣੀ ਪਾਠ ਜਿਹੜਾ ਹੈ ਉਹ ਕਰਨਾ ਕਰੋ ਜੀ। ਤਾਂ ਬੈਠ ਪ੍ਰਭ ਕੀਰਤ ਗਾਵੋ ਉੱਥੇ ਪ੍ਰਭੂ ਦੀ ਕੀਰਤੀ ਜਿਹੜੀ ਹੈ ਕੀਰਤਨ ਕਰੋ, ਪਾਠ ਸੁਣੋ, ਕਥਾ ਸੁਣੋ ਆਦਿਕ ਜੀ। ਪੁਰ ਹੋਤ ਨਾਮੇ ਲਿਵ ਲਾਵੋ ਜਦੋਂ ਰਾਤ ਬਤੀਤ ਹੋ ਜਾਵੇ ਸਵੇਰ ਚੜੇ ਤੇ ਫਿਰ ਸਵੇਰੇ ਜਿਹੜਾ ਹੈ ਉੱਠਦਿਆਂ ਸਾਰ ਪ੍ਰਭੂ ਦੀ ਭਗਤੀ ਨਾਲ ਲਿਵ ਜੋੜਨੀ ਕਰੋ ਜੀ। ਸੰਤ ਅਤਿਥ ਕੀ ਸੇਵਾ ਕਰੇ ਧਿਆਨ ਦੇਣਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਮਰਿਆਦਾ ਬੰਨ ਦਿੱਤੀ ਹੈ ਕਿ ਸ਼ਾਮ ਨੂੰ ਵੀ ਸਿੱਖ ਨੇ ਜਿਹੜਾ ਹੈ ਗੁਰੂ ਘਰ ਦੇ ਅੰਦਰ ਨਮਸਕਾਰ ਕਰਨੀ ਹੈ, ਪਾਠ ਪੜ੍ਹਨਾ ਹੈ, ਗੁਰਬਾਣੀ ਸੁਣਨੀ ਹੈ, ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ। ਅੰਮ੍ਰਿਤ ਵੇਲੇ ਵੀ ਇਹੀ ਰੋਹ ਰੀਤੀ ਅਪਣਾਈ ਹੈ। ਅੱਜ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚ 2 ਟਾਈਮ ਗੁਰੂ ਘਰ ਜਾਣ ਦਾ ਸਿੱਖ ਨੂੰ ਜਿਹੜੀ ਹੈ ਹਦਾਇਤ ਕੀਤੀ ਗਈ ਹੈ। ਬਾਣੀ ਪੜ੍ਹੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ, ਭਲਕੇ ਉਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਕਹਿੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਮੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨਦੇ। ਮੈਂ ਕੁਰਬਾਨ ਉਹਨਾਂ ਤੋਂ ਜੀ ਸੰਗਤ ਕਰਦੇ। ਇਹਨਾਂ ਨੂੰ ਵੀ ਇਹੀ ਉਪਦੇਸ਼ ਦਿੱਤਾ। ਹੁਣ ਕਹਿੰਦੇ ਨੇ ਸੰਤ ਅਤਿਥੀ ਕੀ ਸੇਵਾ ਕਰੀਏ। ਕੋਈ ਸੰਤ ਆ ਜਾਵੇ, ਕੋਈ ਘਰ ਦੇ ਵਿੱਚ ਪ੍ਰਾਹੁਣਾ ਆ ਜਾਵੇ, ਉਹਦੀ ਵੀ ਸੇਵਾ ਜਿਹੜੀ ਹੈ ਬੜੀ ਭਾਵਨਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਕਰਨੀ ਹੈ ਜੀ। ਪਾਉ ਭਗਤ ਹਿਰਦੇ ਮੇ ਧਰਿਓ ਅੱਗੇ ਕਿਸ ਤਰ੍ਹਾਂ ਪ੍ਰਸੰਗ ਚੱਲ ਰਿਹਾ ਹੈ, ਹੋਰ ਕਿਹੜੀਆਂ ਕਿਹੜੀਆਂ ਸਿੱਖਿਆਵਾਂ ਮੇਰੇ ਮਾਲਕ ਇਹਨਾਂ ਠੱਗਾਂ ਨੂੰ, ਜਿਹੜੇ ਠੱਗਾਂ ਤੋਂ ਹੁਣ ਜਿਹੜੇ ਨੇ ਬੜੇ ਪ੍ਰੇਮ ਵਾਲੇ ਬਣ ਗਏ ਨੇ, ਗੁਰੂ ਨਾਨਕ ਦੇ ਘਰ ਦੇ ਸਿੱਖ ਬਣ ਗਏ ਨੇ, ਕਿਹੜੀਆਂ ਸਿੱਖਿਆਵਾਂ ਦੇ ਰਹੇ ਨੇ, ਕਿਸ ਤਰ੍ਹਾਂ ਇਹ ਉਹਨਾਂ ਸਿੱਖਿਆਵਾਂ 'ਤੇ ਚੱਲਦੇ ਨੇ, ਅਗਾਂਹ ਕਿਸ ਨਗਰ ਦੇ ਵਿੱਚ ਮੇਰੇ ਮਾਲਕ ਜਾ ਰਹੇ ਨੇ, ਕਿਹਨਾਂ ਦੀ ਕਲਿਆਣਤਾ ਕਰ ਰਹੇ ਨੇ। ਆਉਣ ਵਾਲੇ ਦੀਵਾਨਾਂ ਵਿੱਚ ਆਪ ਜੀ ਉਹ ਪ੍ਰਸੰਗ ਸਰਵਣ ਕਰੋਗੇ ਜੀ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਦਾਸਰਿਆਂ ਦੀਆਂ ਝੋਲੀਆਂ 'ਚ ਪਾ ਦੇਣੀਆਂ, ਗੁਰੂ ਦੀ ਗੱਲ ਪੱਲੇ ਬਣ ਕੇ ਜਾਣੀ ਜੀ।